ਜਦੋਂ ਤੋਂ ਚੋਣਾਂ ਦੇ ਦੌਰਾਨ ਲੋਕਾਂ ਚੋਂ ਫੰਡ ਇਕੱਠਾ ਕਰਕੇ ਇਲੈਕਸ਼ਨ ਲੜਨ ਦਾ ਦੌਰ ਖਤਮ ਹੋ ਗਿਆ। ਕਾਰਪੋਰੇਟ ਫੰਡਿੰਗ ਦੇ ਨਾਲ ਲੋਕਾਂ ਕੋਲ ਨਸ਼ਾ ਵਰਤਾਉਣਾ ਤੇ ਵੋਟਾਂ ਖਰੀਦਣ ਦਾ ਦੌਰ ਸ਼ੁਰੂ ਹੋ ਗਿਆ। ਲੀਡਰਸ਼ਿਪ ਉਸੇ ਸਮੇਂ ਹਾਈਜੈਕ ਹੋ ਗਈ ਸੀ। ਅਡਾਨੀ ਤੇ ਅੰਬਾਨੀ ਤੇ ਮੋਦੀ ਗਵਰਨਮੈਂਟ ਤੇ ਇਹ ਅੰਦੋਲਨਕਾਰੀਆਂ ਨੇ ਸਮਝ ਲਿਆ ਠੀਕ ਤਰੀਕੇ ਦੇ ਨਾਲ ਕਿ ਕੇਵਲ ਸਾਡੀ ਲੜਾਈ ਮੋਦੀ ਸਰਕਾਰ ਨਾਲ ਨਹੀਂ ਹੈ, ਮੋਦੀ ਸਰਕਾਰ ਦੇ ਪਿੱਛੇ ਜਿਹੜਾ ਬੌਸ ਖੜਾ ਹੈ ਤੇ ਉਹਦੇ ਨਾਲ ਵੀ ਹੈ। ਗੱਲ ਉਹ ਕਰ ਰਹੇ ਨੇ ਬੇਤਰਤੀਬੀ ਕਿ ਦੇਖੋ ਜੀ ਸੁਧਾਰ ਤਾਂ ਕਰਨੇ ਹੀ ਪੈਣਗੇ, ਖੜੀ ਚੀਜ਼ ਖਰਾਬ ਹੋ ਜਾਂਦੀ ਹੈ ਜੀ, ਬਾਕੀ ਹੈ। ਕੌਣ ਕਹਿੰਦਾ ਸੁਧਾਰ ਨਹੀਂ ਕਰਨੇ ਪੈਣਗੇ? ਸੁਧਾਰ ਤਾਂ ਸ਼ੁਰੂ ਤੋਂ ਲੜ ਰਹੇ ਨੇ ਲੋਕ। ਸਵਾਲ ਇਹ ਹੈ ਕਿ ਉਹ ਸੁਧਾਰ ਲੋਕਾਂ ਦੇ ਪੱਖ 'ਚ ਕਰਨੇ ਪੈਣਗੇ ਜਾਂ ਕਾਰਪੋਰੇਟ ਦੇ ਪੱਖ 'ਚ ਕਰਨੇ ਪੈਣਗੇ। ਇੱਕ ਗੱਲ ਕਲੀਅਰ ਹੈ ਕਿ ਦੇਸ਼ 'ਚ ਪਾਰਲੀਮੈਂਟ ਪਹਿਲੀ ਵਾਰ ਹੋ ਰਹੀ ਹੈ ਜਿਹਦੇ 'ਚ ਹਰ ਬੰਦਾ ਹੀ ਕਿਸਾਨੀ ਤੇ ਹੀ ਬੋਲਿਆ। ਪ੍ਰਧਾਨ ਮੰਤਰੀ ਸਮੇਤ ਉਹ ਤੋਂ ਬਾਹਰ ਨਹੀਂ ਜਾ ਸਕਿਆ, ਉਹਦੇ ਪੈਰਾਂ 'ਚ ਬੇੜੀ ਇੱਕ ਤਾਂ ਪੈ ਗਈ। 200 ਕਿਸਾਨ ਮਰ ਗਿਆ, ਇਹਦਾ ਕੋਈ ਜ਼ਿਕਰ ਨਹੀਂ ਹੈ। ਔਰ ਦੇਸ਼ ਦੀ ਸਰਕਾਰ ਆਰਟੀਆਈ ਦੀ ਇਨਫੋਰਮੇਸ਼ਨ ਦੇ ਤਹਿਤ ਤੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਦੇ ਜਵਾਬ 'ਚ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਕਿਸਾਨ ਦਾ ਡਾਟਾ ਹੈ ਨਹੀਂ, ਕਿੰਨੇ ਮਰੇ ਨੇ। ਪ੍ਰਧਾਨ ਮੰਤਰੀ 200 ਬੰਦਾ ਆਪਣੀ ਜਾਨ ਦੇ ਦਿੰਦਾ ਤੇ ਉੱਤੇ ਹੰਝੂ ਨਹੀਂ ਹੈ ਉਹਦੇ ਕੋਲ ਕੀ ਹੈ? ਉਹ ਕਹਿੰਦਾ ਵੀ ਟੋਲ ਪਲਾਜੇ ਕਿਉਂ ਰੋਕੇ ਨੇ, ਇੱਕ ਖਾਸ ਕੰਪਨੀ ਦੇ ਟਾਵਰ ਕਿਉਂ ਢਾਹੇ ਗਏ ਨੇ। ਇਹਦੇ ਤੋਂ ਸਮਝ ਆ ਜਾਂਦੀ ਹੈ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਕਿਹਦੇ ਨਾਲ ਖੜਾ ਹੈ। ਸਤਿ ਸ਼੍ਰੀ ਅਕਾਲ, ਮੈਂ ਆ ਕਰਨ, ਤੁਸੀਂ ਜੁੜ ਚੁੱਕੇ ਹੋ ਅੱਖਰ ਦੇ ਨਾਲ। ਖੇਤੀ ਮਾਮਲਿਆਂ ਬਾਰੇ ਪਿਛਲੇ ਲੰਮੇ ਸਮੇਂ ਤੋਂ ਗੱਲਬਾਤ ਕਰ ਰਹੇ ਜਾਂ ਫਿਰ ਲਿਖਦੇ ਰਹੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਅੱਜ ਦਿੱਲੀ ਪਹੁੰਚੇ ਨੇ। ਪਿੰਡ ਬਚਾਓ ਅੰਦੋਲਨ ਵੀ ਇਹਨਾਂ ਨੇ ਚਲਾਇਆ ਸੀਗਾ। ਹਮੀਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਜੀ ਠੀਕ ਠਾਕ, ਬਿਲਕੁਲ ਵਧੀਆ। 80 ਦਿਨ ਹੋ ਗਏ ਕਰੀਬ। ਪਹਿਲੇ ਦਿਨ ਤੋਂ ਤੁਸੀਂ ਨਿਗਾਹ ਬਣਾਈ ਹੋਈ ਹੈ, ਹਰ ਵਾਰ ਤੁਸੀਂ ਆਉਂਦੇ ਹੋ, ਲਿਖ ਵੀ ਰਹੇ ਹੋ ਲਗਾਤਾਰ। ਕੀ ਬਦਲਾਅ ਦੇਖਦੇ ਹੋ ਅੱਜ ਦੀ ਡੇਟ 'ਚ? ਮੈਨੂੰ ਇਹ ਲੱਗਦਾ ਕਿ ਅੰਦੋਲਨ ਦਾ ਜਿਹੜਾ ਉਭਾਰ ਹੈ ਬਹੁਤ ਵੱਡਾ ਹੋਇਆ। ਇੰਨਾ ਲੰਮਾ ਸਮਾਂ ਦੀ ਦੁਨੀਆ ਦਾ ਸਭ ਤੋਂ ਲੰਮਾ ਤੇ ਪੀਸਫੁਲ ਅੰਦੋਲਨ ਹੋ ਚੁੱਕਿਆ ਹੁਣ ਤੱਕ ਹੀ, ਤੇ ਇਹਨੇ ਬਹੁਤ ਕੁਝ ਬਦਲ ਦਿੱਤਾ ਹੈ ਹੁਣ ਤੱਕ ਹੀ। ਪਹਿਲਾਂ ਨਾਲੋਂ ਲੋਕਾਂ ਦਾ ਭਾਈਚਾਰਾ ਬਦਲਤਾ ਹੈ, ਭਾਈਚਾਰਕ ਸਾਂਝ ਪੈਦਾ ਹੋਈ ਹੈ, ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋਈ ਹੈ, ਤੇ ਆਪਸੀ ਜਿਹੜਾ ਗੌਰਮੈਂਟ ਨਾਲ ਲੜਨ ਦਾ ਇੱਕ ਇਰਾਦਾ ਲੋਕਾਂ ਦਾ ਬਣਿਆ ਤੇ ਉਹਨਾਂ ਦਾ ਡਰ ਖਤਮ ਹੋਇਆ। ਘੱਟੋ ਘੱਟ ਕੇ ਐਂ ਲੋਕ ਸਰਕਾਰ ਦੇ ਸਾਹਮਣੇ ਖੜ੍ਹ ਕੇ ਅੱਖ ਚੱਕ ਪਾ ਕੇ ਗੱਲ ਕੀਤੀ ਜਾ ਸਕਦੀ ਹੈ। ਉਹ ਸਾਰਾ ਪਰ ਸਰ ਸਰਕਾਰ ਨਹੀਂ ਬਦਲੀ, ਕਿਉਂਕਿ ਸੰਸਦ ਦੇ ਵਿੱਚ ਇੱਕ ਯਕੀਨ ਸੀਗਾ ਕਿ ਸ਼ਾਇਦ ਸੰਸਦ 'ਚ ਹੀ ਸਾਰ ਲੈ ਲਈ ਜਾਵੇ, ਸਾਰੀਆਂ ਧਿਰਾਂ ਹੁੰਦੀਆਂ ਨਹੀਂ। ਉਹ ਲੱਗਦਾ ਹੀ ਹੈ। ਉਹਦਾ ਕਾਰਨ ਇਹ ਹੈ ਕਿ ਇਹ ਅੰਦੋਲਨ ਇਕੱਲਾ ਸਰਕਾਰ ਤੱਕ ਸੀਮਤ ਨਹੀਂ ਹੈ। ਇਹ ਅੰਦੋਲਨ ਦਾ ਦਾਇਰਾ ਜਿਹੜੀ ਪੂਰੀ ਦੁਨੀਆ ਦੀ ਜਿਹੜੀ ਵਿੱਤੀ ਪੂੰਜੀ ਹੈ ਉਹਦੇ ਨਾਲ ਹੈ ਅਸਲ 'ਚ। ਇਸੇ ਕਰਕੇ ਤਾਂ ਅੰਦੋਲਨ ਦੋ ਧਿਰਾਂ ਦੇ ਖਿਲਾਫ ਲੜ ਰਿਹਾ ਹੈ, ਅਡਾਨੀ ਤੇ ਅੰਬਾਨੀ ਤੇ ਮੋਦੀ ਗਵਰਨਮੈਂਟ। ਤੇ ਇਹ ਅੰਦੋਲਨਕਾਰੀਆਂ ਨੇ ਸਮਝ ਲਿਆ ਠੀਕ ਤਰੀਕੇ ਦੇ ਨਾਲ ਕਿ ਕੇਵਲ ਸਾਡੀ ਲੜਾਈ ਮੋਦੀ ਸਰਕਾਰ ਨਾਲ ਨਹੀਂ ਹੈ, ਮੋਦੀ ਸਰਕਾਰ ਦੇ ਪਿੱਛੇ ਜਿਹੜਾ ਬੌਸ ਖੜਾ ਹੈ ਤੇ ਉਹਦੇ ਨਾਲ ਵੀ ਹੈ। ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ IMF, ਵਰਲਡ ਬੈਂਕ, ਇੰਟਰਨੈਸ਼ਨਲ ਵਿੱਤੀ ਸੰਸਥਾਵਾਂ ਸਾਰੀਆਂ ਬੋਲ ਰਹੀਆਂ ਨੇ ਕਿ ਰਿਫਾਰਮ ਠੀਕ ਨੇ, ਜੇ ਸੁਧਾਰ ਹੋ ਰਹੇ ਨੇ ਤਾਂ ਠੀਕ ਨੇ ਸਾਰੇ। ਇਸ ਕਰਕੇ ਇਹ ਲੜਾਈ ਲੰਮੀ ਚੱਲਣ ਦਾ ਸੁਭਾਵਿਕ ਗੱਲ ਸੀ ਕਿ ਉਸ ਲੈਵਲ ਤੇ। ਔਰ ਮੋਦੀ ਸਰਕਾਰ ਇੱਕ ਲੈਵਲ ਦੀ ਉਸ ਕਾਰਪੋਰੇਟ ਵਿਕਾਸ ਦੇ ਮਾਡਲ ਨੂੰ ਫੋਲੋ ਕਰਦੀ ਹੈ ਤੇ ਅੰਦਰੋਂ ਪਿੱਛੋਂ ਥਾਪੀ ਦਿੱਤੀ ਜਾ ਰਹੀ ਹੈ ਵੀ ਤੂੰ ਖੜਾ ਰਹਿ, ਅਸੀਂ ਤੇਰੇ ਨਾਲ ਨਾ। ਇਸ ਕਰਕੇ ਪਾਰਲੀਮੈਂਟ ਦੇ ਵਿੱਚ ਵੀ ਜੋ ਬੋਲਿਆ ਗਿਆ, ਪਰ ਉਹਦੇ 'ਚੋਂ ਇਹ ਲੱਗ ਰਿਹਾ ਸੀ ਪ੍ਰਧਾਨ ਮੰਤਰੀ ਨੇ ਰਾਜ ਸਭਾ ਤੇ ਲੋਕ ਸਭਾ 'ਚ ਜੋ ਦੋਨੋਂ ਭਾਸ਼ਣ ਦਿੱਤੇ ਨੇ, ਦੋਨਾਂ ਦਾ ਇੱਕ ਗੱਲ ਕਲੀਅਰ ਹੈ ਕਿ ਦੇਸ਼ 'ਚ ਪਾਰਲੀਮੈਂਟ ਪਹਿਲੀ ਵਾਰ ਹੋ ਰਹੀ ਹੈ ਜਿਹਦੇ 'ਚ ਹਰ ਬੰਦਾ ਹੀ ਕਿਸਾਨੀ ਤੇ ਹੀ ਬੋਲਿਆ। ਪ੍ਰਧਾਨ ਮੰਤਰੀ ਸਮੇਤ ਉਹ ਤੋਂ ਬਾਹਰ ਨਹੀਂ ਜਾ ਸਕਿਆ, ਉਹਦੇ ਪੈਰਾਂ 'ਚ ਬੇੜੀ ਇੱਕ ਤਾਂ ਪੈ ਗਈ ਹੈ। ਦੂਜਾ ਸਵਾਲ ਇਹ ਹੋਇਆ, ਪ੍ਰਧਾਨ ਮੰਤਰੀ ਨੇ ਇਹ ਕਿਹਾ ਕਿ ਕੁਝ ਸ਼ਬਦ ਲੱਭੋ, ਜਿਵੇਂ ਉਹ ਪਹਿਲਾਂ ਸ਼ਬਦ ਲੱਭਦੇ ਨੇ ਨਾ ਇੱਧਰ ਉੱਧਰਲੇ, ਤੇ ਗੱਲ ਕੋਈ ਨਾ ਕਰੋ। ਗੱਲ ਉਹ ਕਰ ਰਹੇ ਨੇ ਬੇਤਰਤੀਬੀ ਕਿ ਦੇਖੋ ਜੀ ਸੁਧਾਰ ਤਾਂ ਕਰਨੇ ਹੀ ਪੈਣਗੇ, ਖੜੀ ਚੀਜ਼ ਖਰਾਬ ਹੋ ਜਾਂਦੀ ਹੈ ਜੀ, ਬਾਕੀ ਹੈ। ਕੌਣ ਕਹਿੰਦਾ ਸੁਧਾਰ ਨਹੀਂ ਕਰਨੇ ਪੈਣਗੇ? ਸੁਧਾਰ ਤਾਂ ਸ਼ੁਰੂ ਤੋਂ ਲੜ ਰਹੇ ਨੇ ਲੋਕ। ਸਵਾਲ ਇਹ ਹੈ ਕਿ ਉਹ ਸੁਧਾਰ ਲੋਕਾਂ ਦੇ ਪੱਖ 'ਚ ਕਰਨੇ ਪੈਣਗੇ ਜਾਂ ਕਾਰਪੋਰੇਟ ਦੇ ਪੱਖ 'ਚ ਕਰਨੇ ਪੈਣਗੇ। ਤੇ ਕੀ ਉਹ ਸੁਧਾਰ ਮਲਕ ਭਾਗੋ ਦੇ ਪੱਖੇ ਜਾਣੇ ਚਾਹੀਦੇ ਨੇ ਜਾਂ ਭਾਈ ਲਾਲੋ ਦੇ ਪੱਖੇ ਜਾਣੇ ਚਾਹੀਦੇ ਨੇ? ਭਾਈ ਲਾਲੋ ਦੀ ਰੋਟੀ ਖਾ ਰਹੇ ਹੋ ਤੁਸੀਂ, ਕਿਰਤ ਸਾਰਾ ਕੁਝ। ਇਸੇ ਕਰਕੇ ਲੋਕ ਇਹ ਸਮਝੇ ਨੇ ਕਿ ਇੱਕ ਗੱਲ ਨਹੀਂ, ਤਿੰਨ ਕਾਨੂੰਨ: ਨੋਟਬੰਦੀ, GST, ਨਾਗਰਿਕ ਸੋਧ ਬਿੱਲ, NIA, CAA ਤੇ ਉਦੋਂ ਬਾਅਦ UAPA ਤੇ ਉਦੋਂ ਬਾਅਦ ਕਿਰਤ ਕਾਨੂੰਨ। ਇਹ ਸਾਰੇ ਬਦਲੇ ਨੇ, ਇਹ ਸਾਰੇ ਇੱਕੋ ਦਿਸ਼ਾ 'ਚ ਜਾ ਰਹੇ ਨੇ। ਤੇ ਇੱਕ ਪਾਸੇ ਕਾਰਪੋਰੇਟ ਦਾ ਕੁਐਸਚਨ ਹੈ ਤੇ ਦੂਜੇ ਪਾਸੇ ਸੈਂਟਰ ਸਟੇਟ ਰਿਲੇਸ਼ਨ ਦਾ ਸਵਾਲ ਹੈ। ਇਹ ਤਾਕਤਾਂ ਦੇ ਕੇਂਦਰੀਕਰਨ ਦੇ ਖਿਲਾਫ ਲੜਾਈ ਹੈ। ਤੁਸੀਂ ਜੰਮੂ ਕਸ਼ਮੀਰ ਤੋੜਿਆ ਤੇ ਬਿਲਕੁਲ
ਜੂਨੀਅਰ ਟੈਰੀਟਰੀ ਦੇ ਵਿੱਚ ਬਦਲਤਾ। ਸਟੇਟਾਂ ਆਪਣਾ ਸ਼ੇਅਰ ਮੰਗਦੀਆਂ ਨੇ GST 'ਚੋਂ, ਤੁਸੀਂ ਉਹਨੂੰ ਗੂਠਾ ਦਿਖਾਤਾ ਕਿ ਕਰਜ਼ਾ ਦੇ ਦਿੰਦੇ ਅਸੀਂ ਤੁਹਾਨੂੰ ਦੇਣ ਲਈ ਤਿਆਰ ਨਹੀਂ ਹੈ। ਜਿਹੜਾ ਇਹ ਬਹੁਤ ਵੱਡਾ ਕੁਐਸਚਨ ਹੈ, ਇਹ ਅੰਦੋਲਨ ਕੇਵਲ 3 ਕਾਨੂੰਨਾਂ ਦੇ ਦਾਇਰੇ ਤੱਕ ਸੀਮਿਤ ਨਹੀਂ ਹੈ। ਇਹ ਅੰਦੋਲਨ ਕੱਲਾ MSP ਤੱਕ ਸੀਮਿਤ ਨਹੀਂ ਹੈ। ਹੁਣ ਇਹ ਅੰਦੋਲਨ ਦਾ ਦਾਇਰਾ ਬਹੁਤ ਬੜਾ ਹੋ ਗਿਆ। ਉਸ ਨੂੰ ਮੁੱਖ ਰੱਖ ਕੇ ਪ੍ਰਧਾਨ ਮੰਤਰੀ ਦਾ ਜਿਹੜਾ ਬਾਡੀ ਲੈਂਗੁਏਜ ਸੀ, ਉਹ ਬਾਡੀ ਲੈਂਗੁਏਜ ਸਾਬਤ ਕਰਦੀ ਹੈ ਕਿ ਪ੍ਰਧਾਨ ਮੰਤਰੀ ਹਤਾਸ਼ ਨੇ। ਉਹਦੇ 'ਚ ਉਹਨਾਂ ਨੇ ਨਿਕਲਿਆ ਕਿ ਇਹ ਅੰਦੋਲਨ ਜੀਵੀ ਬੰਦੇ ਨੇ। ਤੇ ਦੂਜੀ ਉਹਨਾਂ ਨੇ ਕੋਟੇਸ਼ਨ ਦਿੱਤੀ FDI ਦੀ, ਫੋਰਨ ਡਾਇਰੈਕਟ ਇਨਵੈਸਟਮੈਂਟ ਦੀ, ਕਿ ਫੋਰਨ ਡਿਸਟਰਕਟਿਵ ਆਈਡੀਓਲੋਜੀ। ਫੋਰਨ ਡਾਇਰੈਕਟ ਇਨਵੈਸਟਮੈਂਟ ਹੀ ਇੱਕ ਆਈਡੀਓਲੋਜੀ ਦਾ ਹਿੱਸਾ ਹੈ। ਐਕਚੁਅਲੀ ਡਿਸਟਰਕਟਿਵ ਆਈਡੀਓਲੋਜੀ ਉਹ ਹੈ ਜਿਹਦੇ ਨਾਲ ਚੱਲਦਾ ਹੈ। ਜਦੋਂ ਇਹਦਾ ਰੌਲਾ ਪੈ ਗਿਆ, ਮੁੜ ਕੇ ਬਾਉਂਸ ਬੈਕ ਹੋ ਗਿਆ, ਕਾਊਂਟਰ ਲੱਗਿਆ, ਤਾਂ ਪ੍ਰਧਾਨ ਮੰਤਰੀ ਨੂੰ ਲੋਕ ਸਭਾ 'ਚ ਆ ਕੇ ਇੱਕ ਹੋਰ ਬਦਲਣਾ ਪਿਆ। ਉਹਨੇ ਕਿਹਾ ਵੀ ਕਿਸਾਨ ਅੰਦੋਲਨ ਤਾਂ ਪਵਿੱਤਰ ਹੈ, ਪਰ ਜਿਹੜੇ ਬੰਦੇ ਵੈਸੇ ਬੈਠੇ ਹੋਏ ਨੇ ਆਲੇ ਦੁਆਲੇ ਉਹਨੂੰ ਗੁੰਮਰਾਹ ਕਰ ਰਹੇ ਨੇ, ਉਹ ਅੰਦੋਲਨ ਜੀਵੀ ਨੇ। ਕਿਸਾਨ ਠੀਕ ਹੈ, ਪਰ ਨਾਲ ਦੀ ਨਾਲ ਪ੍ਰਧਾਨ ਮੰਤਰੀ ਨੇ 2 ਗੱਲਾਂ ਕਹੀਆਂ ਨੇ। 200 ਕਿਸਾਨ ਮਰ ਗਿਆ, ਇਹਦਾ ਕੋਈ ਜ਼ਿਕਰ ਨਹੀਂ ਹੈ। ਔਰ ਦੇਸ਼ ਦੀ ਸਰਕਾਰ RTI ਦੀ ਇਨਫੋਰਮੇਸ਼ਨ ਦੇ ਤਹਿਤ ਤੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਦੇ ਜਵਾਬ 'ਚ ਇਹ ਕਹਿ ਰਹੀ ਹੈ ਕਿ ਸਾਡੇ ਕੋਲ ਕਿਸਾਨ ਦਾ ਡਾਟਾ ਹੈ ਨਹੀਂ ਕਿੰਨੇ ਮਰੇ ਨੇ। ਸਰ ਜਦੋਂ ਕਹਿੰਦੇ ਵੀ ਰਾਹੁਲ ਗਾਂਧੀ ਨੇ ਕਿਹਾ ਵੀ ਮੌਨ ਰੱਖੀਏ 2 ਮਿੰਟ ਦਾ, ਉਦੋਂ ਵੀ ਬੈਠੇ ਰਹੇ ਭਾਜਪਾ ਵਾਲੇ। ਸੰਵੇਦਨਾ ਤਾਂ ਕਹਿੰਦੇ ਇੱਥੋਂ ਹੀ ਦੇਖ ਲਈ ਵੀ ਕਿੰਨੀ ਨਹੀਂ, ਬਿਲਕੁਲ। ਜੇ ਪਾਰਲੀਮੈਂਟ ਦੇ ਵਿੱਚ ਥੋੜੀ ਜਿਹੀ ਵੀ ਹਿਊਮੈਨਿਟੀ ਜਾਂ ਇਨਸਾਨੀਅਤ ਹੋਵੇ, ਤਾਂ ਜਦੋਂ ਪਹਿਲੇ ਦਿਨ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਮਰਨ ਵਾਲਿਆਂ ਨੂੰ, ਜਿਹੜੇ ਬਜ਼ੁਰਗ 90 ਸਾਲ ਦਾ ਲੀਡਰ ਵੀ ਮਰ ਜੇ ਤਾਂ ਵੀ ਤੁਸੀਂ ਸ਼ਰਧਾਂਜਲੀ ਦਿੰਦੇ ਹੋ ਨਾ, ਤਾਂ ਇਹਨਾਂ ਨੂੰ ਵੀ ਤਾਂ ਦਿੱਤੀ ਜਾ ਸਕਦੀ ਜਿਹੜੇ ਕਿਸਾਨ ਮਰੇ ਨੇ। ਤੇ ਕਿਸਾਨ ਉਸ ਲੈਵਲ ਤੇ ਅਸੀਂ ਇਹਨੂੰ ਸ਼ਰਧਾਂਜਲੀ ਦਿੰਦੇ ਹਾਂ। ਇਹ ਅੱਜ ਦਾ ਸਵਾਲ ਨਹੀਂ, ਸਾਡੇ ਦੇਸ਼ ਦਾ ਰਿਵਾਜ ਹੈ। 1947 ਦੇ ਵਿੱਚ 10 ਲੱਖ ਲੋਕ ਮਰੇ, 40 ਲੱਖ ਲੋਕ ਜ਼ਖਮੀ ਹੋਏ, ਤੇ ਉਹ 10 ਲੱਖ ਲੋਕਾਂ ਦੇ ਮਰਨ ਦਾ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ, ਅੱਜ ਤੱਕ ਸਾਡੇ ਦੇਸ਼ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਨੇ ਮਤਾ ਤੱਕ ਨਹੀਂ ਪਾਇਆ। ਅਸੀਂ ਮਤਲਬ ਐਲੀਟ ਕਲਾਸ ਤੇ ਹੰਝੂ ਬਹਾਉਂਦੇ ਆ। ਤੇ ਜਦੋਂ ਉਹੀ ਪ੍ਰਧਾਨ ਮੰਤਰੀ ਗੁਲਾਮ ਨਬੀ ਆਜ਼ਾਦ ਰਾਜ ਸਭਾ ਦੇ ਵਿੱਚੋਂ ਜਾਂਦਾ ਤਾਂ ਉਹ ਹੰਝੂ ਕੇਰਦਾ। ਤੇ ਉਹ ਪ੍ਰਧਾਨ ਮੰਤਰੀ 200 ਬੰਦਾ ਆਪਣੀ ਜਾਨ ਦੇ ਦਿੰਦਾ, ਤੇ ਉੱਤੇ ਹੰਝੂ ਨਹੀਂ ਹੈ ਉਹਦੇ ਕੋਲ। ਉਹਦੇ ਕੋਲ ਕੀ ਹੈ? ਉਹ ਕਹਿੰਦਾ ਵੀ ਟੋਲ ਪਲਾਜ਼ੇ ਕਿਉਂ ਰੋਕੇ ਨੇ, ਇੱਕ ਖਾਸ ਕੰਪਨੀ ਦੇ ਟਾਵਰ ਕਿਉਂ ਢਾਹੇ ਗਏ ਨੇ। ਇਹਦੇ ਤੋਂ ਸਮਝ ਆ ਜਾਂਦੀ ਹੈ ਕਿ ਅਸਲ ਦੇ ਵਿੱਚ ਪ੍ਰਧਾਨ ਮੰਤਰੀ ਕਿਹਦੇ ਨਾਲ ਖੜਾ ਹੈ। ਤੇ ਇਹ ਗੱਲ ਲੋਕਾਂ ਨੂੰ ਮੈਨੂੰ ਲੱਗਦਾ ਬਹੁਤ ਪਹਿਲਾਂ ਸਮਝ ਆ ਜਾਣੀ ਚਾਹੀਦੀ ਸੀ। ਇਹ ਲੇਟ ਆਈ ਹੈ ਪਰ ਦਰੁਸਤ ਆਈ ਹੈ। ਜਦੋਂ ਤੋਂ ਚੋਣਾਂ ਦੇ ਦੌਰਾਨ ਲੋਕਾਂ 'ਚੋਂ ਫੰਡ ਇਕੱਠਾ ਕਰਕੇ ਇਲੈਕਸ਼ਨ ਲੜਨ ਦਾ ਦੌਰ ਖਤਮ ਹੋ ਗਿਆ, ਕਾਰਪੋਰੇਟ ਫੰਡਿੰਗ ਦੇ ਨਾਲ ਲੋਕਾਂ ਕੋਲ ਨਸ਼ਾ ਵਰਤਾਉਣਾ ਤੇ ਵੋਟਾਂ ਖਰੀਦਣ ਦਾ ਦੌਰ ਸ਼ੁਰੂ ਹੋ ਗਿਆ। ਲੀਡਰਸ਼ਿਪ ਉਸੇ ਸਮੇਂ ਹਾਈਜੈਕ ਹੋ ਗਈ ਸੀ। ਉਹ ਹਾਈਜੈਕ ਹੋਈ ਲੀਡਰਸ਼ਿਪ ਜਿਹੜੀ ਹੈ ਉਹ ਲੋਕਾਂ ਦੇ ਨਾਲ ਨਹੀਂ ਚੱਲ ਸਕਦੀ, ਤੇ ਉਹਦੇ ਨਾਲ ਚੱਲਦੀ ਹੈ ਜਿਹੜਾ ਵੀ ਬੰਦਾ ਤੁਹਾਡੇ ਸਾਹਮਣੇ ਖੜਾ ਹੈ। ਇਸੇ ਕਰਕੇ ਜਦੋਂ ਬਜਟ ਆਇਆ ਤਾਂ ਪਾਰਲੀਮੈਂਟ ਦੇ ਵਿੱਚ ਐਤਕੀ ਬਜਟ ਰੁਲ ਗਿਆ। ਸਨਸੈਕਸ ਛਾਲਾ ਮਾਰਦਾ ਉੱਪਰ ਚੜ ਰਿਹਾ, ਤੇ ਆਮ ਬੰਦਾ ਮਰੇਗਾ ਵਾਲਾ ਰੋ ਰਿਹਾ, ਦਿਹਾੜੀਦਾਰ ਰੋ ਰਿਹਾ, ਕਿਸਾਨ ਰੋ ਰਿਹਾ। ਇਹਦੇ ਤੋਂ ਹੀ ਮੋਟੀ ਜੇ ਬਹੁਤ ਇਕਨੋਮਿਕਸ ਨਾ ਵੀ ਆਉਂਦੀ ਹੋਵੇ ਤਾਂ ਇੱਕ ਸਿੱਧਾ ਜਿਹਾ ਸਵਾਲ ਹੈ ਕਿ ਜਿਹੜਾ ਨੱਚਦਾ ਟੱਪਦਾ ਕਿਸੇ ਗੱਲ ਤੇ ਤਾਂ ਬਜਟ ਉਹਦੇ ਖਾਤੇ ਜਾ ਰਿਹਾ, ਤੇ ਜਿਹੜਾ ਰੋ ਰਿਹਾ ਕਿ ਮੇਰੇ ਖਾਤੇ ਕੁਝ ਨਹੀਂ ਹੈ ਤੇ ਉਹਦੇ ਖਾਤੇ ਨਹੀਂ ਜਾ ਰਿਹਾ। ਇਸੇ ਕਰਕੇ ਅੱਜ ਵੀ ਜਿਹੜਾ ਪਾਰਲੀਮੈਂਟ ਵੀ ਹੋ ਰਹੀ ਹੈ, ਇਸ ਪਾਰਲੀਮੈਂਟ 'ਚ ਬਿਨਾਂ ਸ਼ੱਕ ਇਸ ਵਾਰ ਪਹਿਲੀ ਵਾਰ ਵਿਰੋਧੀ ਧਿਰ ਦੇ ਕੁਝ ਆਗੂਆਂ ਨੇ ਚੰਗੇ ਭਾਸ਼ਣ ਕੀਤੇ ਨੇ, ਚੰਗੇ ਕਾਊਂਟਰ ਕੀਤੇ ਨੇ, ਸਵਾਲ ਜਵਾਬ। ਮਹੂਆ ਮਿੱਤਰਾ ਦਾ ਭਾਸ਼ਣ ਚਰਚਿਤ ਵੀ ਹੈ ਸਾਰੇ ਸਾਹਮਣੇ, ਤੇ ਜਿਹਨੇ ਕਿਹਾ ਕਿ ਡਰਪੋਕ ਸਰਕਾਰ ਹੈ, ਡਰਪੋਕਤਾ ਤੋਂ ਫੈਸਲੇ ਲੈ ਰਹੀ ਹੈ, ਅੱਖ ਚੱਕ ਪਾ ਕੇ ਗੱਲ ਕਰਨ ਦੇ ਕਾਬਲ ਨਹੀਂ ਹੈ। ਉਹ ਗੱਲ ਤਾਂ ਇੱਕ ਉਨੀ ਕੁ ਪੋਜ਼ਿਟਿਵ ਹੈ, ਪਰ ਨਹੀਂ ਤਾਂ ਪਾਰਲੀਮੈਂਟ ਇਸ ਤਰੀਕੇ ਨਾਲ ਚੱਲ ਰਹੀ ਹੈ ਵੀ ਜਿਵੇਂ ਐਡਾ ਵੱਡਾ ਅੰਦੋਲਨ ਚੱਲ ਰਿਹਾ, ਕੁਝ ਹੋ ਹੀ ਨਾ ਰਿਹਾ ਹੋਵੇ ਦੇਸ਼ ਦੇ ਵਿੱਚ। ਇਹ ਗੱਲਾਂ ਬਹੁਤ ਉਸ ਲੈਵਲ ਤੇ ਨੇ। ਔਰ ਅਗਲੀ ਗੱਲ ਇੱਕ ਮੈਂ ਇਹਦੇ 'ਚ ਇਹ ਜੋੜਨਾ ਚਾਹੁੰਦਾ ਕਿ ਸਾਡੇ ਝੂਠ ਦਾ ਵਰਤਾਰਾ ਕਿਵੇਂ ਚੱਲਦਾ ਹੈ। ਪਾਰਲੀਮੈਂਟ 'ਚ ਵੀ ਝੂਠ ਬੋਲੀ ਜਾਂਦੇ ਨੇ ਵੀ ਸਾਡੇ ਨਾਲ ਗੱਲ ਨਹੀਂ ਹੋਈ, ਇਹਦਾ ਕਾਲਾ ਕੀ ਹੈ, ਕਾਲਾ ਨਹੀਂ ਦੱਸਿਆ ਜਾ ਰਿਹਾ। ਪਰ ਇਦੋਂ ਵੀ ਵੱਡੀ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ ਦੇਖੋ, ਅੰਤਰਰਾਸ਼ਟਰੀ ਪੱਧਰ ਤੇ ਦੇਸ਼ ਦਾ ਪ੍ਰਧਾਨ ਮੰਤਰੀ ਕੈਨੇਡੀਅਨ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਦਾ ਟਰੂਡੋ ਨਾਲ, ਤੇ ਉਹ ਮੁਲਾਕਾਤ ਦੇ ਵਿੱਚ ਕੀ ਹੁੰਦਾ, ਇਹ ਪ੍ਰੈਸ ਨੋਟ ਜਾਰੀ ਕਰਦੇ ਨੇ। ਪ੍ਰੈਸ ਨੋਟ 'ਚ ਕੀ ਕਹਿੰਦੇ ਨੇ ਕਿ ਸਾਡੀ ਗੱਲ ਹੋਈ ਆ, ਕੈਨੇਡਾ ਸਾਡੇ ਤੋਂ ਵੈਕਸੀਨ ਮੰਗ ਰਿਹਾ ਹੈ ਜਿਹੜੀ ਕਰੋਨਾ ਦੀ, ਅਸੀਂ ਉਹਨੂੰ ਦਿਆਂਗੇ, ਅਸੀਂ ਵੰਡੇ ਆ। ਅਗਲੇ ਦਿਨ ਉਹਨੇ ਫੂਕ ਕੱਢਤੀ ਪ੍ਰੈਸ ਨੋਟ ਜਾਰੀ ਕਰਕੇ ਕਿ ਕੱਲੀ ਕਰੋਨਾ ਦੀ ਗੱਲ ਨਹੀਂ ਹੋਈ, ਅੰਦੋਲਨ ਦੀ ਗੱਲ ਵੀ ਹੋਈ ਹੈ, ਦੁਨੀਆ ਪੱਧਰ ਤੇ ਪੀਸਫੁਲ ਤਰੀਕੇ ਦੀ ਗੱਲ ਵੀ ਹੋਈ ਹੈ, ਮਨੁੱਖੀ ਅਧਿਕਾਰਾਂ ਦੀ ਗੱਲ ਵੀ ਹੋਈ ਹੈ। ਇਹ ਗੱਲ ਹਿੰਦੁਸਤਾਨੀ ਸਰਕਾਰ ਦੇ ਪ੍ਰੈਸ ਨੋਟ 'ਚੋਂ ਖਾਰਜ ਹੈ। ਤੇ ਫਿਰ ਤੁਹਾਡੀ ਭਰੋਸਾ ਕਰੂਗਾ ਕੌਣ ਜਦੋਂ ਤੁਸੀਂ ਇਸ ਤਰੀਕੇ ਨਾਲ ਗੱਲ ਕਰੋਗੇ ਜਾਂ ਇਸ ਤਰੀਕੇ ਨਾਲ ਜਾਰੀ ਕਰੋਗੇ? ਬਹੁਤ ਵੱਡਾ ਕੁਐਸਚਨ ਹੈ ਸਰਕਾਰ ਦੀ ਭਰੋਸੇਯੋਗਤਾ। ਜਿਵੇਂ ਜਿਵੇਂ ਏਜੰਡਾ
ਚਲਾ ਲਿਆ ਜਾਂਦਾ। ਜਿਵੇਂ ਟਰੈਕਟਰ ਤੋਂ ਟਵਿੱਟਰ ਤੇ ਅੰਦੋਲਨ ਪਹੁੰਚਿਆ ਸੀਗਾ, ਟਵੀਟ ਹੋਏ, ਰਿਹਾਨਾ ਦਾ ਟਵੀਟ ਆਇਆ, ਕਿਸਾਨਾਂ ਨੇ ਟਵੀਟ ਕੀਤੇ, ਤੇ ਹੁਣ ਕਹਿੰਦੇ ਵੀ ਟਵਿੱਟਰ ਨੂੰ ਰੋਕਣ ਦੇ ਵੀ ਸੰਕੇਤ ਆਉਣੇ ਸ਼ੁਰੂ ਹੋ ਗਏ। ਤੁਸੀਂ ਬਿਆਨ ਸੁਣੇ ਹੋਣਗੇ। ਬਿਲਕੁਲ, ਟਵਿੱਟਰ ਦੇ ਨਾਲ ਇੱਕ ਰੌਲਾ ਪਿਆ ਤੇ ਕਹਿ ਕੀ ਰਿਹਾ ਹੈ ਦੇਸ਼ ਦਾ ਮੰਤਰੀ। ਜੇ ਉਹ ਮੰਤਰੀ ਇਹ ਕਹਿ ਰਹੇ ਨੇ ਕਿ ਤੁਹਾਨੂੰ ਸਾਡੇ ਕਾਨੂੰਨ ਮੁਤਾਬਕ ਚੱਲਣਾ ਪਏਗਾ। ਜਿਵੇਂ ਕੈਪੀਟਲ ਹਿੱਲ ਦਾ ਮਤਲਬ ਅਮਰੀਕਾ ਦਾ ਉਹ ਜਗ੍ਹਾ ਜਿੱਥੇ ਉੱਥੇ ਦੀ ਕਾਂਗਰਸ ਬਹਿੰਦੀ ਹੈ। ਜਦੋਂ ਉਹਨੇ ਫੈਸਲਾ ਕਰਨਾ ਸੀ ਉੱਥੇ ਦੀ ਕਾਂਗਰਸ ਦੇ ਜਿਹੜੇ ਨੁਮਾਇੰਦੇ ਨੇ, ਸਾਰੇ ਐਮਪੀ ਨੇ ਜਿਹੜੇ ਅਮਰੀਕਾ ਦੇ, ਕਿ ਬਾਈਡਨ ਜਿੱਤਿਆ ਜਾਂ ਟਰੰਪ ਜਿੱਤਿਆ, ਉਸ ਦਿਨ ਟਰੰਪ ਨੇ ਇੱਕ ਇਸ ਲੈਵਲ ਦਾ ਇੱਕ ਉਤਸ਼ਾਹ ਪੈਦਾ ਆਪਣੇ ਵਰਕਰਾਂ ਨੂੰ ਗੁੰਮਰਾਹ ਕਰਕੇ ਉੱਥੇ ਹਮਲਾ ਕਰਾਇਆ। ਉਹ ਕਹਿੰਦੇ ਟਵਿੱਟਰ ਨੇ ਉਦੋਂ ਸਟੇਟ ਦੇ ਨਾਲ ਖੜਿਆ। ਮੈਨੂੰ ਤਾਂ ਇਹ ਲੱਗਦਾ ਕਿ ਜੇ ਉਦੋਂ ਵੀ ਟਵਿੱਟਰ ਇਕੱਲਾ ਸਟੇਟ ਨਾਲ ਖੜਿਆ, ਦੂਜਿਆਂ ਦਾ ਵਿਚਾਰ ਜਿਹੜਾ ਉਹ ਨਹੀਂ ਦਿੱਤਾ, ਤਾਂ ਉਹ ਗਲਤ ਗੱਲ ਹੈ। ਪਰ ਕੀ ਹਿੰਦੁਸਤਾਨ ਦੀ ਸਰਕਾਰ ਇਹ ਚਾਹੁੰਦੀ ਹੈ ਕਿ ਇਕੱਲੀ ਸਟੇਟ ਨਾਲ ਖੜੇ, ਇਕੱਲੀ ਪੁਲਿਸ ਨਾਲ ਖੜੇ? ਟਵਿੱਟਰ ਉਹ ਇੱਕ ਮੰਚ ਹੈ। 1178 ਖਾਤੇ ਬੰਦ ਕਰਨ ਲਈ ਟਵੀਟ ਦੇ ਤੁਸੀਂ ਦੇ ਰਹੇ ਹੋ ਜ਼ਬਰਦਸਤੀ, ਉਹਨੂੰ ਕਹਿੰਦੇ ਹੋ ਬੰਦ ਕਰੋ ਜੇ ਇੱਥੇ ਬਿਜ਼ਨਸ ਕਰਨਾ ਹੈ। ਹੁਣ 2000 ਦੇ ਰੂਲ ਬਣੇ ਹੋਏ ਨੇ, 2 ਸਾਲ 2000 ਦੇ, ਹੁਣ ਉਹ ਅਮੈਂਡ ਕਰਨ ਜਾ ਰਹੇ ਨੇ। ਔਰ ਖਤਰਾ ਇਹ ਹੈ ਕਿ ਜਿਹੜੇ ਰੂਲ ਅਮੈਂਡ ਹੋਣਗੇ ਉਹ ਸ਼ਾਇਦ ਸੋਸ਼ਲ ਮੀਡੀਆ ਦੇ ਟਵਿੱਟਰ, YouTube ਤੇ ਫੇਸਬੁੱਕ ਦਾ ਗਲ ਘੁੱਟ ਦੇਣਗੇ। ਉਹ ਲੋਕਾਂ ਦੀ ਜਿਹੜੀ ਫਰੀडम ਆਫ ਐਕਸਪ੍ਰੈਸ਼ਨ ਦਾ ਕੁਐਸਚਨ ਹੈ, ਸੰਵਿਧਾਨ 'ਚ ਬਾਰ-ਬਾਰ ਪੈਦਾ ਹੋ ਰਿਹਾ। ਟਵਿੱਟਰ ਨੇ ਜੋ ਫੈਸਲਾ ਕੀਤਾ ਕਿ ਇਹ ਲੋਕਾਂ ਦੇ ਆਜ਼ਾਦ ਰਾਏ ਦਾ ਸਵਾਲ ਹੈ, ਇਹ ਦੋਨੇ ਚੀਜ਼ਾਂ ਦੇ ਖਿਲਾਫ ਬਹੁਤ ਖਤਰਨਾਕ ਰੁਝਾਨ ਡਿਵੈਲਪ ਹੋ ਗਿਆ। ਜੇ ਇਹਦੇ 'ਚ ਜਿਹੜੀ ਵੀ ਚੀਜ਼ ਆਏਗੀ ਕਾਨੂੰਨ ਦੇ ਰੂਪ ਦੇ ਵਿੱਚ ਜਾਂ ਰੂਲ ਦੇ ਰੂਪ ਦੇ ਵਿੱਚ, ਉਹ 'ਤੇ ਨਜ਼ਰ ਰੱਖਣ ਦਾ ਸਵਾਲ ਹੈ ਕਿ ਕੀ ਉਹ ਵੀ ਐਂਟੀ ਕੰਸਟੀਟਿਊਸ਼ਨ, ਗੈਰ ਸੰਵਿਧਾਨਕ ਤਰੀਕੇ ਦੇ ਨਾਲ ਹੋ ਸਕਦੀ ਹੈ। ਔਰ ਜਿੰਨੇ ਵੀ ਚੈਨਲ ਵਗੈਰਾ ਹੁਣ ਮਾੜੇ ਮੋਟੇ ਆਪਣੀ ਗੱਲ ਕਹਿੰਦੇ ਨੇ, ਤੁਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਨੂੰ ਦੇਸ਼ ਧਰੋਹੀ ਜਦ ਮਰਜ਼ੀ ਸਾਬਤ ਕਰ ਦੋਗੇ ਜੇ ਇਹੋ ਜਿਹੇ ਰੂਲ ਬਣ ਗਏ। ਇਹ ਬਹੁਤ ਖਤਰਨਾਕ ਪਾਰਲੀਮੈਂਟ ਦੇ ਵਿੱਚ ਬਿਆਨ ਹੈ ਰਵੀ ਪ੍ਰਸਾਦ ਦਾ। ਸਰ, ਆਖਰੀ ਸਵਾਲ, ਟੇਕ ਹੈ ਲੋਕਾਂ ਦੀ ਵੀ ਅੰਦੋਲਨ ਸਫਲਤਾ ਵੱਲ ਜਾਵੇ, ਇਸੇ ਵਿਚਾਲੇ ਮਹਾਪੰਚਾਇਤਾਂ ਸ਼ੁਰੂ ਹੋ ਗਈਆਂ। ਕਿਵੇਂ ਲੱਗਦਾ ਤੁਹਾਨੂੰ, ਮਹਾਪੰਚਾਇਤਾਂ ਨਾਲ ਮਜ਼ਬੂਤੀ ਮਿਲੇਗੀ ਜਾਂ ਫਿਰ ਭਵਿੱਖ ਕਿਵੇਂ ਦੇਖਦੇ ਹੋ? ਜੋ ਟੀਚਾ ਇੱਥੇ ਕੇ ਤੁਰੇ ਨੇ ਕਿਸਾਨ, ਕੀ ਉਹ ਪ੍ਰਾਪਤੀ ਹੋਏਗੀ? ਨਹੀਂ, ਮੈਨੂੰ ਲੱਗਦਾ ਕਿ ਮਜ਼ਬੂਤੀ ਮਿਲ ਰਹੀ ਹੈ। ਦੇਖੋ, ਇੱਕ ਤਾਂ ਗੱਲ ਸਰਕਾਰ ਦਾ ਉਹ ਭਰਮ ਟੁੱਟ ਰਿਹਾ ਕਿ ਜੇ ਪੰਜਾਬ ਦੀ ਮੂਵਮੈਂਟ ਹੈ। ਰਾਜਸਥਾਨ 'ਚ ਵੀ ਮਹਾਪੰਚਾਇਤ ਹੋ ਗਿਆ, ਯੂਪੀ 'ਚ ਵੀ ਹੋ ਗਿਆ, ਬਿਹਾਰ ਦੇ ਵਿੱਚ ਪਰਸੋਂ ਹੋ ਗਈ ਹੈ, ਅਤੇ ਅਲੱਗ-ਅਲੱਗ ਜਗ੍ਹਾ ਹੋ ਰਹੀਆਂ ਨੇ। ਆਜ਼ਾਦ ਮੈਦਾਨ ਬੰਬੇ ਦੇ ਵਿੱਚ ਲੱਖਾਂ ਲੋਕ ਇਕੱਠੇ ਹੋਏ, ਬੰਗਲੌਰ ਦੇ ਵਿੱਚ 13 ਲੱਖ ਕਿਸਾਨ ਦੀ ਰੈਲੀ ਹੋਈ। ਡਿਫਰੈਂਟ ਟਾਈਪ ਦੀਆਂ ਚੀਜ਼ਾਂ ਹੋ ਰਹੀਆਂ ਨੇ। ਉਹ ਅਲੱਗ ਗੱਲ ਹੈ ਕਿ ਨੈਸ਼ਨਲ ਮੇਨ ਸਟ੍ਰੀਮ ਮੀਡੀਆ ਦਿਖਾਉਂਦਾ ਨਹੀਂ, ਜਿਹਦੀ ਉੱਥੇ ਤੱਕ ਰੀਚ ਹੈ, ਤੇ ਉਹ ਇੱਥੇ ਦਿਖਾਵੇ। ਅੰਦੋਲਨ ਤਾਂ ਵੱਡਾ ਹੋ ਹੀ ਰਿਹਾ ਹੈ, ਅਤੇ ਇਹ ਅੰਦੋਲਨ ਮੈਨੂੰ ਤਾਂ ਲੱਗਦਾ ਸਕਸੈਸ ਪਹਿਲਾਂ ਹੀ ਹੈ। ਕੱਲਾ ਟੈਕਨੀਕਲ ਗੱਲ ਹੈ, ਉਹ ਤਾਂ ਵੀ 3 ਕਾਨੂੰਨ ਵਾਪਸ ਹੋਣੇ ਨੇ, ਜਾਂ ਇਹ ਓਡਾ ਛੋਟਾ ਅੰਦੋਲਨ ਰਿਹਾ ਨਹੀਂ। ਦਾਇਰਾ, ਇਹ ਅੰਦੋਲਨ ਨੇ ਬੰਦਾ ਬਦਲਿਆ, ਇਹ ਬੰਦੇ ਦੀ ਅਪਰੋਚ ਬਦਲੀ ਹੈ, ਬੰਦੇ ਦੀ ਜ਼ਮੀਰ ਬਦਲੀ ਹੈ। ਇਸ ਕਰਕੇ ਇਹ ਅੰਦੋਲਨ ਵੱਡਾ ਅੰਦੋਲਨ ਹੈ, ਤੇ ਉਹ ਗੱਲ ਵੀ ਹੋਏਗੀ। ਥੋੜੀ ਬਹੁਤ ਨਿਰਾਸ਼ਤਾ 26 ਤੋਂ ਬਾਅਦ ਇੱਕ ਦੇਖਣ ਨੂੰ ਮਿਲੀ ਸੀ ਪੰਜਾਬ ਦੇ ਤਬਕੇ ਦੇ ਵਿੱਚ ਕਾਫੀ ਹੱਦ ਤੱਕ, ਪਰ ਉਹ ਰਿਵਾਈਵ ਹੋ ਰਿਹਾ। ਮੈਨੂੰ ਲੱਗਦਾ ਦੁਬਾਰਾ ਉਸੇ ਪੰਚਾਇਤ ਜਗਰਾਉਂ ਦੀ ਪੰਚਾਇਤ ਦੇ ਵਿੱਚ ਜਿੰਨੇ ਇਕੱਠ ਸੀ, ਉਹਨਾਂ ਨੂੰ ਸਟੇਜ ਬਦਲਣੀ ਪਈ ਆ। ਉਹਨਾਂ ਨੂੰ ਤਾਂ ਲੱਗਦਾ ਜੀ 5-4 ਹਜ਼ਾਰ ਬੰਦਾ ਬੁਲਾਵਾਂਗੇ, ਕਿਉਂਕਿ ਜਥੇਬੰਦੀਆਂ ਨੇ ਵੀ ਨਹੀਂ ਬੁਲਾਇਆ ਸੀ, ਉਹ ਉੱਥੋਂ ਦੇ ਆੜ੍ਹਤੀਆਂ ਤੇ ਵਕੀਲਾਂ ਨੇ ਬੁਲਾਇਆ ਸੀ। ਪਰ ਉੱਥੇ ਇੰਨੇ ਬੰਦੇ ਪਹੁੰਚਣੇ, ਆਮ ਮੁਹਾਰੇ ਪਹੁੰਚਣੇ, ਅਜੇ ਵੀ ਉਹ ਲੋਕਾਂ ਦੇ ਜਜ਼ਬੇ ਨੂੰ ਰਿਪਰੈਜ਼ੈਂਟ ਕਰਦੀ ਚੀਜ਼ ਹੈ ਕਿ ਅੰਦੋਲਨ ਦੇ ਵਿੱਚ ਲੋਕਾਂ ਦੀ ਉਮੀਦ ਵੱਜੀ ਹੋਈ ਹੈ। ਆਉਣ ਵਾਲੇ ਭਵਿੱਖ ਦੀ ਉਮੀਦ ਹੈ, ਬੱਚੇ ਦੇ, ਬਜ਼ੁਰਗ ਦੇ, ਤੇ ਸਭ ਦੇ, ਔਰਤਾਂ ਦੇ। ਇਸ ਕਰਕੇ ਅੰਦੋਲਨ ਤੇ ਕੋਈ ਇਹ ਗੱਲ ਨਹੀਂ ਹੈ ਕਿ ਹਾਰਨ ਦੀ ਕੋਈ ਗੱਲ ਹੈ ਜਾਂ ਕੋਈ ਸਬਸੈਕਟ ਨਾ ਹੋਣ ਦਾ ਕੋਈ ਕਨਫਿਊਜ਼ਨ ਹੈ ਇਹਦੇ ਵਿੱਚ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਗੱਲਬਾਤ। ਥੈਂਕ ਯੂ।